प्यारे विद्यार्थियों, स्वागत है तुहाडा। उम्मीद है तुहाडा जिहड़ा NTSC का जो पेपर होया सी नैशनल टैलेंट सर्च एग्जामिनेशन वो बहुत वधिया होया होवेगा। ठीक है, क्योंकि लगभग सारे पोर्शन जिहड़े वो वधिया सी, सौखे सी। SST वाला जिहड़ा पोर्शन सी वो खास करके जिहड़े प्रश्न सी बहुत सौखे सी। ठीक है, तो मैनूं उम्मीद है भी तुहाडे जिहड़े सारे दे सारे जिहड़े प्रश्न सी समाजिक सिੱਖਿਆ ਦੇ वो सारे बहुत वधिया तुसीं हल कीते होने। अज आपां इस वीडियो दे विच तुहाडे लई NTSC ਦਾ ਜਿਹੜਾ ਸੋਸ਼ਲ ਸਟੱਡੀ ਵਾਲਾ ਪਾਰਟ ਸੀ ਸਮਾਜਿਕ ਸਿੱਖਿਆ ਦਾ, ਉਸ ਦੇ ਜੋ 40 ਪ੍ਰਸ਼ਨ ਸੀ ਉਹਨਾਂ ਨੂੰ ਹੱਲ ਕਰਾਂਗੇ। ਠੀਕ ਹੈ, ਤੁਸੀਂ ਆਪਣੇ ਉੱਤਰ ਇਹਨਾਂ ਦੇ ਨਾਲ ਮਿਲਾ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹਨਾਂ 40 ਦੇ ਵਿੱਚ ਤੁਹਾਡੇ ਕਿੰਨੇ ਜਿਹੜੇ ਪ੍ਰਸ਼ਨ ਹੈਗੇ ਉਹ ਸਹੀ ਹੈਗੇ। ਆਓ ਸ਼ੁਰੂ ਕਰੀਏ। ਹਾਂਜੀ ਹਾਂਜੀ ਬੇਟਾ, ਪਹਿਲਾ ਪ੍ਰਸ਼ਨ ਸੀ ਆਪਣਾ, ਭਾਰਤ ਦਾ ਅਕਸ਼ਾਂਸ਼ੀ ਵਿਸਥਾਰ ਕੀ ਹੈ। ਠੀਕ ਹੈ, ਜਿਹੜਾ ਲੈਟੀਟਿਊਡ ਹੈਗਾ ਉਹ ਕਿੰਨਾ ਗਾ ਭਾਰਤ ਦਾ, ਉਹ ਹੈ ਬੇਟਾ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ। ਤਾਂ ਇਹਦੇ ਲਈ ਸਾਡੇ ਕੋਲ ਜਿਹੜੀ ਦੂਜੀ ਆਪਸ਼ਨ ਸੀ ਬੇਟਾ ਇਹ ਸਹੀ ਆ ਜਾਣੀ ਸੀ ਪਹਿਲੇ ਪ੍ਰਸ਼ਨ ਦੇ ਲਈ। 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ। ਠੀਕ ਹੈ, ਇਸੇ ਤਰੀਕੇ ਨਾਲ ਦੂਜਾ ਜਿਹੜਾ ਪ੍ਰਸ਼ਨ ਸੀ ਬੇਟਾ ਉਹ ਸੀ, ਸਰਦਾਰ ਸਰੋਵਰ ਬੰਨ੍ਹ ਕਿਹੜੇ ਦਰਿਆ 'ਤੇ ਬਣਾਇਆ ਗਿਆ। ਸਰਦਾਰ ਸਰੋਵਰ ਬੰਨ੍ਹ ਹੈਗਾ ਕਿਹੜੇ ਦਰਿਆ 'ਤੇ ਬਣਾਇਆ ਗਿਆ ਬੇਟਾ। ਹਾਂਜੀ, ਇਹ ਬਣਾਇਆ ਗਿਆ ਬੇਟਾ ਨਰਮਦਾ 'ਤੇ। ਠੀਕ ਹੈ, ਕਿਹੜੇ ਦਰਿਆ 'ਤੇ ਬਣਾਇਆ ਗਿਆ ਬੇਟਾ, ਨਰਮਦਾ 'ਤੇ। ਹਾਂਜੀ ਬੇਟਾ, ਇਸੇ ਤਰੀਕੇ ਨਾਲ ਤੀਸਰਾ ਪ੍ਰਸ਼ਨ ਸੀ 163, ਆਪਾਂ SST ਦੀ ਗੱਲ ਕਰ ਰਹੇ ਨਾ। ਤੀਜਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਹੁਣੇ ਕੇਂਦਰ ਸਰਕਾਰ ਦੁਆਰਾ ਕੇਂਦਰ ਸ਼ਾਸਿਤ ਪ੍ਰਦੇਸ਼ UT ਐਲਾਨਿਆ ਜਾਏਗਾ। ਠੀਕ ਹੈ, ਮਤਲਬ ਇਹਨਾਂ ਦੇ ਵਿੱਚ ਦੇਖੋ ਕਿਹੜੀ ਹੈ ਜੋ ਨਵੀਂ ਯੂਨੀਅਨ ਟੈਰੀਟਰੀ ਬਣੀ ਹੈਗੀ। ਦੇਖੋ ਬੇਟਾ ਕਿਹੜੇ ਗਏ ਇਹਨਾਂ ਦੇ ਵਿੱਚ, ਦੂਜੀ ਆਪਸ਼ਨ ਬਿਲਕੁਲ ਸਹੀ ਸੀ ਇਹਦੇ ਲਈ, ਲੱਦਾਖ ਬਣਾਏ ਨਾ। ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਵਾਪਸ ਲੈ ਲਿਆ, ਇੱਕ ਜੰਮੂ ਕਸ਼ਮੀਰ ਬਣਾਤਾ, ਦੂਜਾ ਲੱਦਾਖ ਬਣਾਤਾ, ਤਾਂ ਇਹ ਯੂਨੀਅਨ ਟੈਰੀਟਰੀ ਬਣੀ ਹੈਗੀ ਨਵੀਂ। ਤਾਂ ਦੂਜੀ ਆਪਸ਼ਨ ਇਹਦੇ ਲਈ ਬੇਟਾ ਸਹੀ ਸੀ। ਪ੍ਰਸ਼ਨ ਬਹੁਤ ਸੌਖੇ ਸੀ। ਠੀਕ ਹੈ, ਅਤੇ ਉਮੀਦ ਹੈ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਉਹਨਾਂ ਨੂੰ ਹੱਲ ਵੀ ਕੀਤਾ ਹੋਏਗਾ। ਅਗਲਾ ਪ੍ਰਸ਼ਨ ਕਰਦੇ ਹਾਂ ਬੇਟਾ, ਸੰਗਮਰਮਰ ਇੱਕ ਹੈ। ਜੋ ਸੰਗਮਰਮਰ ਹੈ ਬੇਟਾ ਇਹ ਕੀ ਹੈਗਾ, ਇਹ ਇੱਕ ਪ੍ਰਾਵਰਤਿਤ ਚਟਾਨ ਹੈਗੀ, ਮੈਟਾਮੋਰਫਿਕ। ਠੀਕ ਹੈ, ਕਿਹੜੀ ਰੌਕ ਹੈਗੀ ਇਹ, ਮੈਟਾਮੋਰਫਿਕ ਰੌਕ ਹੈਗੀ। ਠੀਕ ਹੈ, ਜਿਹੜੀ ਆਪਣਾ ਰੂਪ ਸਮਾਂ ਆਉਣ 'ਤੇ ਬਦਲ ਲੈਂਦੀ ਹੈਗੀ। ਠੀਕ ਹੈ ਜੀ। ਹਾਂਜੀ ਬੇਟਾ, ਇਸ ਤਰੀਕੇ ਨਾਲ ਅਗਲਾ ਪ੍ਰਸ਼ਨ ਸੀ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਵੀ ਪਹਿਲਾਂ ਵੀ ਆਪਾਂ ਕਾਫੀ ਵਾਰੀ ਕੀਤਾ ਗਾ। ਕਾਜ਼ੀਰੰਗਾ ਜੰਗਲੀ ਜੀਵ ਖੇਤਰ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਥਿਤ ਹੈ। ਤਾਂ ਕਾਜ਼ੀਰੰਗਾ ਜਿਹੜਾ ਜੀਵ ਖੇਤਰ ਹੈ ਬੇਟਾ ਉਹ ਕਿੱਥੇ ਸਥਿਤ ਹੈਗਾ, ਅਸਾਮ ਦੇ ਵਿੱਚ। ਕਿੱਥੇ ਸਥਿਤ ਹੈ ਬੇਟਾ, ਅਸਾਮ ਦੇ ਵਿੱਚ। ਹਾਂਜੀ, ਅਗਲਾ ਪ੍ਰਸ਼ਨ ਬੇਟਾ 166, ਹੇਠ ਲਿਖਿਆਂ ਦਾ ਮਿਲਾਨ ਕਰੋ। ਹਾਂਜੀ, ਇਹਨਾਂ ਦਾ ਆਪਾਂ ਮਿਲਾਨ ਕਰਨਾ ਸੀ। ਠੀਕ ਹੈ, ਸਿੰਪਲ ਸੀ, ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਕਰਦੇ ਤਾਂ ਬਹੁਤ ਸੌਖਾ ਸੀ ਇਹ। ਠੀਕ ਹੈ, ਵੇਖੋ ਵੀ ਲੋਹਾ ਕਿੱਥੇ ਪਾਇਆ ਜਾਂਦਾ ਹੈਗਾ। ਹਾਂਜੀ ਬੇਟਾ, ਲੋਹਾ ਜਿਹੜਾ ਉਹ ਕਿੱਥੇ ਪਾਇਆ ਜਾਂਦਾ ਹੈਗਾ। ਹਾਂਜੀ ਬੇਟਾ, ਲੋਹਾ ਪਾਇਆ ਜਾਂਦਾ ਹੈਗਾ ਸਿੰਘ ਭੂਮ ਦੇ ਵਿੱਚ, ਹੈ ਨਾ। ਅਤੇ ਮੈਗਨੀਜ਼ ਕਿੱਥੇ ਪਾਇਆ ਜਾਂਦਾ ਹੈਗਾ, ਮੈਗਨੀਜ਼ ਪਾਇਆ ਜਾਂਦਾ ਹੈਗਾ ਬਾਲਘਾਟ ਦੇ ਵਿੱਚ। ਠੀਕ ਹੈ, ਅਤੇ ਜੋ ਆਪਣਾ ਕੋਲਾ ਗਾ, ਕੋਲਾ ਕਿੱਥੇ ਪਾਇਆ ਜਾਂਦਾ ਹੈਗਾ, ਰਾਨੀਗੰਜ ਦੇ ਵਿੱਚ। ਅਤੇ ਤੇਲ ਪਾਇਆ ਜਾਂਦਾ ਹੈਗਾ ਡਿਗਬੋਈ ਦੇ ਵਿੱਚ। ਦੇਖੋ ਲੋਹਾ ਕਿੱਥੇ ਪਾਇਆ ਜਾਂਦਾ ਸੀ, ਸਿੰਘ ਭੂਮ ਦੇ ਵਿੱਚ। ਠੀਕ ਹੈ, ਕੋਲਾ ਕਿੱਥੇ ਪਾਇਆ ਜਾਂਦਾ ਹੈਗਾ, ਰਾਨੀਗੰਜ ਦੇ ਵਿੱਚ। ਮੈਗਨੀਜ਼ ਬਾਲਘਾਟ, ਤੇਲ ਡਿਗਬੋਈ। ਤਾਂ ਵੇਖੋ ਵੀ ਕਿਹੜੀ ਆਪਸ਼ਨ ਆਏਗੀ ਸਾਡੇ ਕੋਲ ਇਸ ਦੀ। ਦੇਖੋ ਇਹ ਜੀ ਕਿਹੜੀ ਆਪਸ਼ਨ ਹੈ ਸਾਡੇ ਕੋਲ, ਜਿਹਦੇ ਕੋਲ ਜਿਹੜਾ ਪਹਿਲਾ ਗਾ ਉਹ ਸੈਕਿੰਡ ਦੇ ਨਾਲ ਮੈਚ ਹੋਵੇ, ਸੈਕਿੰਡ ਫੋਰਥ ਨਾਲ ਹੋਵੇ। ਠੀਕ ਹੈ, ਅਤੇ ਥਰਡ ਨਾਲ ਹੋਵੇ, ਅਤੇ ਫੋਰਥ ਫਸਟ ਨਾਲ ਹੋਵੇ। ਤਾਂ ਇਹਦੇ ਲਈ ਬੇਟਾ ਸਾਡੇ ਕੋਲ ਜਿਹੜੀ C ਆਪਸ਼ਨ ਹੈਗੀ ਉਹ ਕਰੈਕਟ ਆ ਜਾਏਗੀ। ਦੇਖੋ ਇਹਨਾਂ ਨੇ ਫਸਟ ਹੈ ਜਿਹੜਾ ਉਹ ਸੈਕਿੰਡ ਨਾਲ ਕੀਤਾ ਹੈਗਾ, ਸੈਕਿੰਡ ਨੂੰ ਫੋਰਥ ਨਾਲ ਕੀਤਾ ਹੈ। ਠੀਕ ਹੈ, ਥਰਡ ਨੂੰ ਥਰਡ ਨਾਲ ਹੈ, ਫੋਰਥ ਨੂੰ ਫਸਟ ਨਾਲ ਹੈ। ਠੀਕ ਹੈ, ਇਸ ਤਰੀਕੇ ਦੀ ਕਿਰਤੀ ਬਣੇਗੀ। ਤਾਂ ਜਿਹੜੀ ਥਰਡ ਆਪਸ਼ਨ ਹੈ ਬੇਟਾ ਇਹਦੇ ਲਈ ਕਰੈਕਟ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਇਹ ਵੀ ਸੌਖਾ ਸੀ, ਪੰਜਾਬ ਅਤੇ ਹਰਿਆਣਾ ਦੇ ਦੱਖਣ ਹਿੱਸੇ ਤੋਂ ਲੈ ਕੇ ਕੱਛ ਦੇ ਰਣ ਤੱਕ ਫੈਲੇ ਖੁਸ਼ਕ ਸਮਤਲ ਭਾਗ ਨੂੰ ਕੀ ਕਿਹਾ ਜਾਂਦਾ ਗਾ। ਹਾਂਜੀ ਬੇਟਾ, ਕੀ ਕਿਹਾ ਜਾਂਦਾ ਗਾ ਇਸ ਨੂੰ, ਥਾਰ ਦਾ ਮਾਰੂਥਲ। ਪਹਿਲੀ ਆਪਸ਼ਨ ਇਹਦੇ ਲਈ ਸਹੀ ਸੀ, ਬਿਲਕੁਲ ਸੌਖਾ ਪ੍ਰਸ਼ਨ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਰਦੀਆਂ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ। ਹਾਂਜੀ ਬੇਟਾ, ਇਹਨਾਂ ਦੇ ਵਿੱਚੋਂ ਕਿਹੜਾ ਰਾਜ ਹੈਗਾ ਜਿੱਥੇ ਸਰਦੀਆਂ ਦੀ ਮੌਸਮ ਹੁੰਦੀ ਹੈ, ਉਹ ਹੈ ਬੇਟਾ ਤਾਮਿਲਨਾਡੂ। ਠੀਕ ਹੈ, ਤਾਮਿਲਨਾਡੂ ਰਾਜ ਦੇ ਵਿੱਚ ਸਰਦੀਆਂ ਦੀ ਵਰਖਾ ਹੁੰਦੀ ਹੈਗੀ। ਇਹਦੇ ਲਈ ਫੋਰਥ ਆਪਸ਼ਨ ਸਾਡੇ ਕੋਲ ਸਹੀ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟ ਕੌਫੀ ਦਾ ਉਤਪਾਦਨ ਸਭ ਤੋਂ ਵੱਧ ਕਰਦੀ ਹੈ।
ਦੇਖੋ ਵੀ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਹੈ ਜਿੱਥੇ ਕੌਫੀ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ, ਉਹ ਹੈ ਬੇਟਾ ਕਰਨਾਟਕਾ। ਠੀਕ ਹੈ, ਇਹਦੇ ਲਈ ਸਾਡੇ ਕੋਲ ਫਸਟ ਆਪਸ਼ਨ ਕਰੈਕਟ ਆ ਜਾਣੀ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆ ਖੇਤਰੀ ਸਹਿਯੋਗ ਸੰਗਠਨ, ਜਿਹਨੂੰ ਅਸੀਂ ਸਾਰਕ ਬੋਲਦੇ ਹਾਂ ਬੇਟਾ, ਠੀਕ ਹੈ, ਇਹਨਾਂ ਦੇ ਵਿੱਚੋਂ ਕਿਹੜਾ ਮੈਂਬਰ ਹੈ ਜਿਹੜਾ ਸਾਰਕ ਦਾ ਦੇਸ਼, ਕਿਹੜਾ ਹੈਗਾ ਜਿਹੜਾ ਸਾਰਕ ਦਾ ਮੈਂਬਰ ਨਹੀਂ ਹੈ ਬੇਟਾ, ਉਹ ਹੈਗਾ ਚੀਨ। ਠੀਕ ਹੈ, ਪਹਿਲਾਂ ਬਹੁਤ ਵਾਰ ਕੀਤਾ ਗਾ ਅਤੇ ਬਹੁਤ ਸੌਖਾ ਇਹ ਪ੍ਰਸ਼ਨ ਹੈਗਾ, ਚੀਨ ਇਸ ਦਾ ਮੈਂਬਰ ਬੇਟਾ ਨਹੀਂ ਹੈ। ਹਾਂਜੀ, ਅਗਲਾ ਪ੍ਰਸ਼ਨ, ਲੂ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ? ਲੂ, LOO, ਲੂ ਤੋਂ ਕੀ ਭਾਵ ਹੈ ਬੇਟਾ? ਲੂ ਉੱਤਰੀ ਮੈਦਾਨਾਂ ਦੇ ਵਿੱਚ ਗਰਮੀਆਂ ਦੇ ਮੌਸਮ ਦੇ ਵਿੱਚ ਚੱਲਣ ਵਾਲੀ ਗਰਮ ਅਤੇ ਖੁਸ਼ਕ ਪਵਨ ਹੈਗੀ। ਇਹਦੇ ਲਈ ਸਾਡੇ ਕੋਲ ਤੀਜੀ ਆਪਸ਼ਨ ਕਰੈਕਟ ਆ ਜਾਣੀ ਸੀ ਬੇਟਾ। ਸੌਖਾ ਸੀ ਪ੍ਰਸ਼ਨ ਇਹ ਵੀ। ਹਾਂਜੀ, ਇਹ ਵੀ ਪ੍ਰਸ਼ਨ ਬਹੁਤ ਸੌਖਾ ਸੀ। ਕਿਸ ਵਾਇਸਰਾਏ ਨੇ 1911 ਵਿੱਚ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ? ਠੀਕ ਹੈ, 1911 ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਲਕੱਤਾ ਸੀ ਵੀ। 1911 ਦੇ ਵਿੱਚ ਜਾਰਜ ਪੰਜਵਾਂ ਇੰਗਲੈਂਡ ਦਾ ਜਿਹੜਾ ਰਾਜਾ ਸੀ ਉਹ ਭਾਰਤ ਆਇਆ ਸੀ, ਤਾਂ ਉਹਦੇ ਲਈ ਇੱਕ ਦਿੱਲੀ ਦੇ ਵਿੱਚ ਭਵਿਆ ਜਿਹੜਾ ਦਰਬਾਰ ਸੀ ਉਹ ਸਜਾਇਆ ਗਿਆ ਸੀ। ਉਸ ਸਮੇਂ ਭਾਰਤ ਦਾ ਜਿਹੜਾ ਵਾਇਸਰਾਏ ਸੀ ਉਹ ਸੀ ਬੇਟਾ ਲਾਰਡ ਹਾਰਡਿੰਗ। ਠੀਕ ਹੈ, ਤਾਂ ਇਹਦੇ ਲਈ ਸਾਡੇ ਕੋਲ ਜਿਹੜੀ ਥਰਡ ਆਪਸ਼ਨ ਸੀ ਬੇਟਾ ਉਹ ਸਹੀ ਆ ਜਾਣੀ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਇਹ ਵੀ ਸੌਖਾ ਸੀ। ਜ਼ਹੀਰ ਉਦ ਦਿਨ ਬਾਬਰ 1519 ਵਿੱਚ ਕਿੱਥੋਂ ਦਾ ਸ਼ਾਸਕ ਸੀ? ਹਾਂਜੀ, ਬਾਬਰ ਕਿੱਥੋਂ ਦਾ ਸ਼ਾਸਕ ਸੀ ਬੇਟਾ? ਫਰਗਨਾ ਦਾ। ਠੀਕ ਹੈ, ਕਿੱਥੋਂ ਦਾ ਸ਼ਾਸਕ ਸੀ? ਫਰਗਨਾ ਦਾ। ਦੂਜੀ ਆਪਸ਼ਨ ਸਾਡੇ ਕੋਲ ਇਸ ਦੇ ਲਈ ਬਿਲਕੁਲ ਸਹੀ ਹੈ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਸਾਮੂਗੜ੍ਹ ਦਾ ਯੁੱਧ ਕਦੋਂ ਹੋਇਆ? ਹਾਂਜੀ ਬੇਟਾ, ਸਾਮੂਗੜ੍ਹ ਦਾ ਜਿਹੜਾ ਯੁੱਧ ਸੀ ਉਹ ਹੋਇਆ ਸੀ ਬੇਟਾ 1657 ਦੇ ਵਿੱਚ। ਇਹਦੇ ਲਈ ਸਾਡੇ ਕੋਲ ਥਰਡ ਆਪਸ਼ਨ ਕਰੈਕਟ ਸੀ। ਠੀਕ ਹੈ ਬੇਟਾ, ਸਾਮੂਗੜ੍ਹ ਦਾ ਯੁੱਧ 1657 ਦੇ ਵਿੱਚ ਹੋਇਆ। ਹਾਂਜੀ ਬੇਟਾ, ਥਿਤ ਕਿਸ ਗੁਰੂ ਸਾਹਿਬ ਦੀ ਬਾਣੀ ਹੈ? ਹਾਂਜੀ, ਇਹ ਪ੍ਰਸ਼ਨ ਥੋੜ੍ਹਾ ਜਿਹਾ ਔਖਾ ਨਹੀਂ ਕਹਾਂਗਾ, ਡਿਫੀਕਲਟ ਕਹਿ ਸਕਦੇ ਵੀ ਸਮਝਦਾਰੀ ਵਾਲਾ ਸੀ, ਜਿਨ੍ਹਾਂ ਨੇ ਬੁੱਕ ਨੂੰ ਧਿਆਨ ਨਾਲ ਪੜ੍ਹਿਆ ਹੈਗਾ। ਠੀਕ ਹੈ, 10ਵੀਂ ਵਾਲੀ ਬੁੱਕ ਦੇ ਵਿੱਚ ਟੌਪਿਕ ਹੈਗਾ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਕੀਤੀਆਂ, ਉਸ ਸਮੇਂ ਇਹ ਜਿਹੜੀ ਗੱਲਬਾਤ ਸੀ ਉਹਨਾਂ ਹੋਈ ਸੀ, ਤਾਂ ਇਹ ਬਾਣੀ ਕਿਹਨਾਂ ਦੀ ਹੈ ਵੀ? ਗੁਰੂ ਨਾਨਕ ਦੇਵ ਜੀ ਦੀ। ਥਿਤ ਕਿਸ ਗੁਰੂ ਸਾਹਿਬ ਦੀ ਬਾਣੀ ਹੈ ਬੇਟਾ? ਗੁਰੂ ਨਾਨਕ ਦੇਵ ਜੀ ਦੀ। ਹਾਂਜੀ, ਅਗਲਾ ਪ੍ਰਸ਼ਨ, ਫਰਾਂਸੀਸੀ ਸੈਨਾ ਨੇ ਪਹਿਲੀ ਵਾਰ ਵੀਅਤਨਾਮ ਦੀ ਧਰਤੀ 'ਤੇ ਡੇਰਾ ਕਦੋਂ ਪਾਇਆ? ਜਿਹੜੇ ਫਰਾਂਸੀਸੀ ਸੈਨਾ ਸੀ ਬੇਟਾ ਉਹ ਵੀਅਤਨਾਮ ਪਹਿਲੀ ਵਾਰ ਕਦੋਂ ਪਹੁੰਚੇ ਸੀ? 1858 ਦੇ ਵਿੱਚ। ਥਰਡ ਆਪਸ਼ਨ ਸਾਡੇ ਕੋਲ ਇਸ ਦੇ ਲਈ ਬਿਲਕੁਲ ਕਰੈਕਟ ਹੈਗੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਕਿਸ ਮਹਾਨ ਖੋਜਕਰਤਾ ਦੁਆਰਾ ਚੀਨ ਦੀ ਪ੍ਰਿੰਟ ਤਕਨੀਕ ਨੂੰ ਇਟਲੀ ਲਿਆਂਦਾ ਗਿਆ? ਹਾਂਜੀ ਬੇਟਾ, ਉਹ ਕਿਹੜਾ ਕਹਿ ਸਕਦੇ ਮਹਾਨ ਖੋਜਕਰਤਾ ਸੀ ਜਿਹਨੇ ਪ੍ਰਿੰਟਿੰਗ ਪ੍ਰੈਸ ਨੂੰ ਇਟਲੀ ਲਿਆਂਦਾ? ਉਹ ਸੀ ਬੇਟਾ ਮਾਰਕੋ ਪੋਲੋ। ਕੌਣ ਸੀ ਬੇਟਾ? ਮਾਰਕੋ ਪੋਲੋ। ਪਹਿਲੀ ਆਪਸ਼ਨ ਸਾਡੇ ਕੋਲ ਇਸ ਪ੍ਰਸ਼ਨ ਦੇ ਲਈ ਸਹੀ ਸੀ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਹੇਠ ਲਿਖਿਆਂ ਵਿੱਚੋਂ ਕਿਹੜੀ ਪਹਿਲੀ ਸਰਬ ਭਾਰਤੀ ਹੜਤਾਲ ਦਾ ਕਾਰਨ ਬਣਿਆ? ਹਾਂਜੀ ਬੇਟਾ, ਸੌਖਾ ਸੀ ਪ੍ਰਸ਼ਨ ਇਹ ਵੀ। ਕਿਹੜਾ ਬਣਿਆ ਸੀ? ਰੋਲ ਟੈਕਟ ਵਿਰੁੱਧ ਅੰਦੋਲਨ। ਜਦੋਂ ਅੰਗਰੇਜ਼ਾਂ ਨੇ ਰੋਲ ਟੈਕਟ ਪਾਸ ਕੀਤਾ ਤਾਂ ਉਸ ਤੋਂ ਬਾਅਦ ਸਰਬ ਭਾਰਤੀ ਹੜਤਾਲਾਂ ਸੀ ਜਿਹੜੀਆਂ ਹੋਣ ਲੱਗੀਆਂ ਸੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, 31 ਜਨਵਰੀ 1930 ਨੂੰ ਮਹਾਤਮਾ ਗਾਂਧੀ ਨੇ ਵਾਇਸਰਾਏ ਲਾਰਡ ਇਰਬਨ ਨੂੰ ਪੱਤਰ ਲਿਖ ਕੇ ਡੈਸ਼ ਸੂਤਰੀ ਮੰਗਾਂ ਪੇਸ਼ ਕੀਤੀਆਂ। ਤਾਂ ਜਦੋਂ ਮਹਾਤਮਾ ਗਾਂਧੀ ਨੇ ਲਾਰਡ ਇਰਬਨ ਨੂੰ ਪੱਤਰ ਲਿਖਿਆ ਸੀ ਤਾਂ ਉਹਦੇ ਵਿੱਚ ਕਿੰਨੀਆਂ ਮੰਗਾਂ ਸੀ ਬੇਟਾ? ਉਹਦੇ ਵਿੱਚ 11 ਮੰਗਾਂ ਸੀ। ਕਿੰਨੀਆਂ ਮੰਗਾਂ ਸੀ? 11। ਅਤੇ ਇਹਦੇ ਲਈ ਸਾਡੇ ਕੋਲ ਦੂਜੀ ਆਪਸ਼ਨ ਹੈ ਬੇਟਾ ਸਹੀ ਆ ਜਾਏਗੀ। ਹਾਂਜੀ, ਅਗਲਾ ਪ੍ਰਸ਼ਨ, 180 ਨੰਬਰ ਪ੍ਰਸ਼ਨ ਆਪਣਾ, ਰਾਸ਼ਟਰਵਾਦ ਗੱਠਜੋੜ ਦਾ ਕਿਹੜਾ ਕਾਰਨ ਯੂਰਪ ਨੂੰ 1914 ਈਸਵੀ ਵਿੱਚ ਤਬਾਹੀ ਵੱਲ ਲੈ ਗਿਆ? ਠੀਕ ਹੈ, ਉਹ ਕਿਹੜਾ ਗੱਠਜੋੜ ਸੀ ਜਿਹਦੇ ਕਾਰਨ ਜਿਹੜਾ 1914 ਦਾ ਪਹਿਲਾ ਵਿਸ਼ਵ ਯੁੱਧ ਸੀ ਹੋਇਆ? ਉਹ ਸੀ ਬੇਟਾ ਸਾਮਰਾਜਵਾਦੀ ਨੀਤੀ। ਕਿਉਂਕਿ ਸਾਰੇ ਦੇਸ਼ਾਂ ਨੇ ਦੂਜੇ ਕਮਜ਼ੋਰ ਖੇਤਰਾਂ ਦੇ ਵਿੱਚ ਆਪਣਾ ਜਿਹੜਾ ਰਾਜ ਸੀ ਉਹ ਵਧਾਉਣੇ ਸ਼ੁਰੂ ਕਰਤੇ ਸੀ, ਅਤੇ ਤਕੜੇ ਦੇਸ਼ਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਖਿੱਚਾਤਣੀ ਦੇ ਕਾਰਨ 1914 ਦਾ ਜਿਹੜਾ ਯੁੱਧ ਸੀ ਉਹ ਹੋਇਆ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ? ਹਾਂਜੀ ਬੇਟਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਦੇ ਵਿੱਚ ਆਈ ਵੀ? ਹਾਂਜੀ ਬੇਟਾ, ਕਦੋਂ ਹੋਂਦ ਦੇ ਵਿੱਚ ਆਈ? 16 ਨਵੰਬਰ 1920। ਠੀਕ ਹੈ, ਸਿੱਖਾਂ ਦੀ ਅਗਵਾਈ ਸਦਕਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ 16 ਨਵੰਬਰ 1920 ਦੇ ਵਿੱਚ ਹੋਂਦ ਦੇ ਵਿੱਚ ਆਈ। ਤਾਂ ਪਹਿਲੀ ਆਪਸ਼ਨ ਸਾਡੇ ਕੋਲ ਸਹੀ ਸੀ। ਅਗਲਾ ਪ੍ਰਸ਼ਨ ਬੇਟਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਿਸ ਸਾਲ ICS ਦੀ ਪ੍ਰੀਖਿਆ ਪਾਸ ਕੀਤੀ? ਹਾਂਜੀ, ਸੁਭਾਸ਼ ਚੰਦਰ ਬੋਸ ਨੇ ਕਦੋਂ ICS ਦੀ ਪ੍ਰੀਖਿਆ ਪਾਸ ਕੀਤੀ ਜੀ?
1920 ਦੇ ਵਿੱਚ। ਤਾਂ ਦੂਜੀ ਆਪਸ਼ਨ ਸਾਡੇ ਕੋਲ ਸਹੀ ਹੈ ਬੇਟਾ 1920। ਹਾਂਜੀ ਅਗਲਾ ਪ੍ਰਸ਼ਨ ਬੇਟਾ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? ਹਾਂਜੀ ਬੇਟਾ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? 26 ਜਨਵਰੀ 1950। ਬਿਲਕੁਲ ਸਿੰਪਲ ਕੁਐਸਚਨ ਸੀ ਨਾ। ਦੂਸਰੀ ਆਪਸ਼ਨ ਸਾਡੇ ਕੋਲ ਇਹਦੇ ਲਈ ਸਹੀ ਹੈਗੀ 26 ਜਨਵਰੀ 1950। ਹਾਂਜੀ ਬੇਟਾ ਅਗਲਾ ਪ੍ਰਸ਼ਨ, ਨਾਗਰਿਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਅਧਿਆਏ ਵਿੱਚ ਸ਼ਾਮਿਲ ਹਨ? ਇਹ ਵੀ ਸੌਖਾ ਸੀ ਸਵਾਲ। ਹਾਂਜੀ ਬੇਟਾ, ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ, ਮੌਲਿਕ ਅਧਿਕਾਰ ਨੇ, ਉਹ ਪਾਰਟ 3 ਦੇ ਵਿੱਚ ਨੇ। ਠੀਕ ਹੈ, ਪਾਰਟ 3 ਦੇ ਵਿੱਚ ਸ਼ਾਮਿਲ ਨੇ, ਅਧਿਆਇ 3। ਤਾਂ ਸਾਡੇ ਕੋਲ ਇਹਦੇ ਲਈ ਪਹਿਲੀ ਆਪਸ਼ਨ ਬਿਲਕੁਲ ਸਹੀ ਸੀ। ਹਾਂਜੀ ਬੇਟਾ ਪ੍ਰਸ਼ਨ ਨੰਬਰ 185, ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਕਰਤੱਵਾਂ ਦੀ ਗਿਣਤੀ ਕਿੰਨੀ ਹੈ? ਹਾਂਜੀ ਬੇਟਾ, ਜਿਹੜੇ ਸਾਡੇ ਫੰਡਾਮੈਂਟਲ ਡਿਊਟੀਜ਼ ਨੇ, ਠੀਕ ਹੈ, ਉਹ ਮੌਲਿਕ ਕਰਤੱਵ ਨੇ, ਉਹਨਾਂ ਦੀ ਗਿਣਤੀ ਹੈ ਬੇਟਾ 11। ਤਾਂ ਸਾਡੇ ਕੋਲ ਦੂਜੀ ਆਪਸ਼ਨ ਇਹਦੇ ਲਈ ਬਿਲਕੁਲ ਸਹੀ ਸੀ। ਹਾਂਜੀ ਅਗਲਾ ਪ੍ਰਸ਼ਨ, ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਹਾਂਜੀ ਬੇਟਾ, ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਬੇਟਾ? 35 ਸਾਲ। ਕਿੰਨੀ ਹੋਣੀ ਚਾਹੀਦੀ ਹੈਗੀ? 35 ਸਾਲ। ਤਾਂ ਥਰਡ ਆਪਸ਼ਨ ਸਾਡੇ ਕੋਲ ਇਹਦੇ ਲਈ ਬਿਲਕੁਲ ਸਹੀ ਸੀ। ਹਾਂਜੀ ਅਗਲਾ ਪ੍ਰਸ਼ਨ, ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? ਹਾਂਜੀ ਬੇਟਾ, ਜੋ ਰਾਸ਼ਟਰਪਤੀ ਹੈ ਉਹ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈਗਾ? 12। ਬਿਲਕੁਲ ਸਿੰਪਲ ਕੁਐਸਚਨ ਸੀ। ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ? 12। ਦੂਜੀ ਆਪਸ਼ਨ ਸਾਡੇ ਕੋਲ ਇਹਦੇ ਲਈ ਸਹੀ ਸੀ। ਹਾਂਜੀ ਅਗਲਾ ਪ੍ਰਸ਼ਨ, ਰਾਜ ਸਭਾ ਧਨ ਬਿੱਲ ਦੇ ਪਾਸ ਹੋਣ ਵਿੱਚ ਕਿੰਨੇ ਸਮੇਂ ਦੀ ਦੇਰੀ ਪਾ ਸਕਦਾ ਹੈ? ਦੇਖੋ ਵੀ ਜੋ ਰਾਜ ਸਭਾ ਹੈ ਉਹ ਧਨ ਬਿੱਲ ਨੂੰ ਰੱਦ ਨਹੀਂ ਕਰ ਸਕਦਾ, ਪਰ ਉਹਨੂੰ ਡਿਲੇ ਕਰ ਸਕਦਾ ਹੈ। ਕਿੰਨੇ ਦਿਨ ਲਈ ਕਰ ਸਕਦਾ ਬੇਟਾ? 14 ਦਿਨ ਦੇ ਲਈ। ਕਿੰਨੇ ਦਿਨ ਦੇ ਲਈ? 14 ਦਿਨ ਦੇ ਲਈ। ਤਾਂ ਸਾਡੇ ਕੋਲ ਪਹਿਲੀ ਆਪਸ਼ਨ ਇਹਦੇ ਲਈ ਬਿਲਕੁਲ ਠੀਕ ਸੀ। ਹਾਂਜੀ ਅਗਲਾ ਪ੍ਰਸ਼ਨ, ਸੁਪਰੀਮ ਕੋਰਟ ਦੇ ਜੱਜ ਕਿੰਨੀ ਉਮਰ ਵਿੱਚ ਰਿਟਾਇਰ ਹੁੰਦੇ ਹੈ? ਹਾਂਜੀ ਬੇਟਾ, ਸਰਵਉੱਚ ਅਦਾਲਤ ਦਾ ਜਿਹੜਾ ਜੱਜ ਹੈਗਾ ਉਹ ਕਿੰਨੇ ਸਾਲ ਤੱਕ ਆਪਣੇ ਅਹੁਦੇ 'ਤੇ ਰਹਿੰਦਾ ਹੈਗਾ? 65 ਸਾਲ ਦੀ ਉਮਰ ਤੱਕ। ਕਿੰਨੇ ਸਾਲ ਤੱਕ ਬੇਟਾ? 65 ਸਾਲ ਤੱਕ। ਤਾਂ ਸਾਡੇ ਕੋਲ ਥਰਡ ਆਪਸ਼ਨ ਇਹਦੇ ਲਈ ਸਹੀ ਸੀ। ਹਾਂਜੀ ਬੇਟਾ ਅਗਲਾ ਪ੍ਰਸ਼ਨ, ਸੰਘੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖੇ ਜਾਣ ਦੀ ਸਹੁੰ ਕੌਣ ਚੁਕਾਉਂਦਾ ਗਾ? ਹਾਂਜੀ ਬੇਟਾ, ਕੌਣ ਚੁਕਾਉਂਦਾ ਗਾ? ਰਾਸ਼ਟਰਪਤੀ। ਹਾਂਜੀ ਅਗਲਾ ਪ੍ਰਸ਼ਨ, ਪੰਜਾਬ ਦੀ ਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਹਨ? ਹਾਂਜੀ ਬੇਟਾ, ਪੰਜਾਬ ਦੀ ਵਿਧਾਨ ਸਭਾ ਹੈਗੀ ਉਹਦੇ ਕੁੱਲ ਕਿੰਨੇ ਮੈਂਬਰ ਨੇ ਬੇਟਾ? 117। ਬਿਲਕੁਲ ਸੌਖਾ ਕੁਐਸਚਨ ਸੀ ਨਾ। ਕਿੰਨੇ ਮੈਂਬਰ ਨੇ? 117। ਤਾਂ ਸਾਡੇ ਕੋਲ ਪਹਿਲੀ ਆਪਸ਼ਨ ਇਹਦੇ ਲਈ ਬਿਲਕੁਲ ਸਹੀ ਸੀ। ਹਾਂਜੀ ਬੇਟਾ ਅਗਲਾ ਪ੍ਰਸ਼ਨ, ਉਪ ਰਾਸ਼ਟਰਪਤੀ ਦੀ ਚੋਣ ਲਈ ਨਿਸ਼ਚਿਤ ਚੋਣ ਮੰਡਲ ਵਿੱਚ ਸ਼ਾਮਿਲ ਹੈ? ਹਾਂਜੀ ਜਦੋਂ ਉਪ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਕੌਣ ਕੌਣ ਸ਼ਾਮਿਲ ਹੁੰਦਾ ਬੇਟਾ? ਉਹਦੇ ਵਿੱਚ ਸ਼ਾਮਿਲ ਹੁੰਦੇ ਨੇ ਲੋਕ ਸਭਾ ਅਤੇ ਰਾਜ ਸਭਾ। ਫੋਰਥ ਆਪਸ਼ਨ ਸਾਡੇ ਕੋਲ ਇਹਦੇ ਲਈ ਸਹੀ ਹੈ। ਹਾਂਜੀ ਬੇਟਾ ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚ ਨਿਵੇਸ਼ ਦੀ ਕਿਹੜੀ ਕਿਸਮ ਲਾਭ ਅਤੇ ਆਮਦਨ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ? ਠੀਕ ਹੈ, ਲਾਭ ਅਤੇ ਆਮਦਨ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ। ਉਸ ਨਿਵੇਸ਼ ਨੂੰ ਕਿਹਾ ਜਾਂਦਾ ਬੇਟਾ ਪ੍ਰੇਰਿਤ ਨਿਵੇਸ਼। ਕਿਹੜਾ ਨਿਵੇਸ਼ ਹੁੰਦਾ ਉਹ? ਪ੍ਰੇਰਿਤ ਨਿਵੇਸ਼। ਹਾਂਜੀ ਅਗਲਾ ਪ੍ਰਸ਼ਨ, ਰਾਹੁਲ ਨੇ ਆਪਣੀ ਫੈਕਟਰੀ ਵਿੱਚ ਕੰਪਿਊਟਰਾਈਜ਼ਡ ਮਸ਼ੀਨਾਂ ਲਗਾਈਆਂ। ਇਸ ਫੈਕਟਰੀ ਦੇ ਕੁਝ ਮਜ਼ਦੂਰ ਕੰਪਿਊਟਰ ਦੀ ਜਾਣਕਾਰੀ ਨਾ ਹੋਣ ਕਾਰਨ ਬੇਰੁਜ਼ਗਾਰ ਹੋ ਗਏ। ਇਹ ਕਿਸ ਕਿਸਮ ਦੀ ਬੇਰੁਜ਼ਗਾਰੀ ਹੈ? ਪ੍ਰਸ਼ਨ ਬਿਲਕੁਲ ਸਿੰਪਲ ਸੀ। ਦੇਖੋ ਵੀ ਕੰਪਿਊਟਰਾਈਜ਼ਡ ਮਸ਼ੀਨਾਂ ਆਈਆਂ, ਇਹਦਾ ਮਤਲਬ ਨਵੀਂ ਤਕਨੀਕ ਆ ਗਈ। ਤਾਂ ਪੁਰਾਣੇ ਜਿਹੜੇ ਮਜ਼ਦੂਰ ਸੀ ਉਹ ਤਕਨੀਕ ਨੂੰ ਨਹੀਂ ਵਰਤ ਸਕੇ ਅਤੇ ਕੀ ਹੋ ਗਏ? ਬੇਰੁਜ਼ਗਾਰ ਹੋ ਗਏ। ਤਾਂ ਅਜਿਹੀ ਬੇਰੁਜ਼ਗਾਰੀ ਕਿਹੜੀ ਹੁੰਦੀ ਹੈ ਬੇਟਾ? ਤਕਨੀਕੀ ਬੇਰੁਜ਼ਗਾਰੀ। ਫੋਰਥ ਆਪਸ਼ਨ ਸਾਡੇ ਕੋਲ ਇਹਦੇ ਲਈ ਬਿਲਕੁਲ ਸਹੀ ਸੀ। ਹਾਂਜੀ ਅਗਲਾ ਪ੍ਰਸ਼ਨ, ਭਾਰਤ ਦੇ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਜਨਸੰਖਿਆ ਗਰੀਬੀ ਰੇਖਾ ਤੋਂ ਹੇਠ ਹੈ? ਤਾਂ ਕਿਹੜਾ ਰਾਜ ਹੈ ਬੇਟਾ? ਉਹ ਹੈਗਾ ਬਿਹਾਰ। ਬਿਹਾਰ ਵਿੱਚ ਸਭ ਤੋਂ ਵੱਧ ਜਿਹੜੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠ ਹੈ। ਸਾਡੇ ਕੋਲ ਪਹਿਲੀ ਆਪਸ਼ਨ ਇਹਦੇ ਲਈ ਸਹੀ ਸੀ। ਹਾਂਜੀ ਬੇਟਾ ਅਗਲਾ ਪ੍ਰਸ਼ਨ, ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਪਦਾਰਥ ਵੇਚਦੀ ਹੈ? ਕਿਹੜੀ ਕੋਆਪਰੇਟਿਵ ਸੁਸਾਇਟੀ ਹੈ ਜੋ ਗੁਜਰਾਤ ਵਿੱਚ ਦੁੱਧ ਪਦਾਰਥ ਵੇਚਦੀ ਹੈ? ਉਹਦਾ ਨਾਮ ਹੈ ਬੇਟਾ ਅਮੁਲ। ਕੀ ਨਾਮ ਹੈ? ਅਮੁਲ। ਤਾਂ ਸਾਡੇ ਕੋਲ ਪਹਿਲੀ ਆਪਸ਼ਨ ਇਹਦੇ ਲਈ ਸਹੀ ਆ ਜਾਏਗੀ। ਅਗਲਾ ਪ੍ਰਸ਼ਨ, ਕਿਸ ਭਾਰਤੀ ਨੂੰ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਮਿਲਿਆ? ਹਾਂਜੀ ਬੇਟਾ, ਉਸ ਭਾਰਤੀ ਦਾ ਕੀ ਨਾਮ ਹੈਗਾ ਜਿਹੜਾ ਅਰਥ ਸ਼ਾਸਤਰ ਨਾਲ ਸੰਬੰਧਿਤ ਸੀ, ਇਹਨੂੰ ਨੋਬਲ ਪ੍ਰਾਈਜ਼ ਮਿਲਿਆ? ਉਹਨਾਂ ਦਾ ਨਾਮ ਹੈ ਬੇਟਾ ਡਾਕਟਰ ਅਮਰਤਿਆ ਸੇਨ। ਠੀਕ ਹੈ, ਡਾਕਟਰ ਅਮਰਤਿਆ ਸੇਨ ਜੀ ਨੂੰ ਅਰਥ ਸ਼ਾਸਤਰ ਦੇ ਵਿੱਚ ਨੋਬਲ ਪੁਰਸਕਾਰ ਮਿਲਿਆ। ਹਾਂਜੀ ਬੇਟਾ ਅਗਲਾ ਪ੍ਰਸ਼ਨ, ਭਾਰਤ ਵਿੱਚ ਕਿਹੜਾ ਯਾਤਾਯਾਤ ਵਪਾਰ ਕਰਨ ਲਈ ਸਸਤਾ ਅਤੇ ਵਧੀਆ ਮੰਨਿਆ ਜਾਂਦਾ ਹੈਗਾ? ਹਾਂਜੀ ਬੇਟਾ, ਦੇਖੋ ਵੀ ਵਪਾਰ ਕਰਨ ਲਈ ਕਿਹਾ ਗਿਆ ਇਹਨਾਂ ਨੇ ਨਾ, ਥੋੜ੍ਹਾ ਜਿਹਾ ਧਿਆਨ ਰੱਖਿਓ। ਭਾਰਤ ਵਿੱਚ ਕਿਹੜਾ ਯਾਤਾਯਾਤ
ਵਪਾਰ ਕਰਨ ਲਈ ਸਸਤਾ ਅਤੇ ਵਧੀਆ ਮੰਨਿਆ ਜਾਂਦਾ ਹੈਗਾ। ਹਾਂਜੀ ਬੇਟਾ, ਇਹਦੇ ਲਈ ਸਾਡੇ ਕੋਲ ਫਸਟ ਆਪਸ਼ਨ ਸੀ ਆ ਜਾਏਗੀ ਜਲ ਯਾਤਾਯਾਤ। ਜ਼ਿਆਦਾਤਰ ਜਿਹੜਾ ਵਪਾਰ ਹੈਗਾ ਉਹ ਜਲ ਯਾਤਾਯਾਤ ਦੇ ਰਾਹੀਂ ਹੁੰਦਾ ਹੈਗਾ। ਹਾਂਜੀ ਬੇਟਾ, ਪ੍ਰਸ਼ਨ ਨੰਬਰ 199, ਉਹਨਾਂ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਨੂੰ ਕੀ ਕਿਹਾ ਜਾਂਦਾ ਹੈਗਾ ਜਿਨ੍ਹਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਵਸਤੂਆਂ ਦਾ ਪ੍ਰਯੋਗ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਕੀਤਾ ਜਾਂਦਾ ਹੈਗਾ? ਤਾਂ ਉਹਨਾਂ ਦਾ ਕੀ ਨਾਮ ਹੈ ਬੇਟਾ? ਹਾਂਜੀ ਬੇਟਾ, ਤਾਂ ਇਹਦੇ ਕੋਲ ਸਾਡੇ ਕੋਲ ਥਰਡ ਆਪਸ਼ਨ ਆ ਜਾਏਗੀ ਮੁੱਢਲੇ ਉਦਯੋਗ। ਹਾਂਜੀ, ਅਗਲਾ ਪ੍ਰਸ਼ਨ ਆਪਣਾ, ਜੇ ਭਾਰਤ ਵਿੱਚ ਪ੍ਰਤੀ ਵਿਅਕਤੀ ਆਮਦਨ 1996 ਵਿੱਚ 8,000 ਰੁਪਏ ਅਤੇ 1997 ਵਿੱਚ 10,000 ਰੁਪਏ ਹੋਵੇ ਤਾਂ ਵਿਕਾਸ ਦਰ ਪਤਾ ਕਰੋ। ਤਾਂ ਇਹਦੇ ਲਈ ਬੇਟਾ ਸਾਡੇ ਕੋਲ ਫੋਰਥ ਆਪਸ਼ਨ ਸਹੀ ਆ ਜਾਏਗੀ 25%। ਠੀਕ ਹੈ ਬੇਟਾ, ਇਸ ਤਰੀਕੇ ਨਾਲ ਆਪਾਂ ਜਿਹੜੇ ਤੁਹਾਡੇ 40 ਪ੍ਰਸ਼ਨ ਹੈਗੇ ਉਹਨਾਂ ਨੂੰ ਹੱਲ ਕੀਤਾ ਹੈ। ਅਤੇ ਇਹ ਪ੍ਰਸ਼ਨ ਸੌਖੇ ਸੀ। ਠੀਕ ਹੈ, ਅਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਸਾਰਿਆਂ ਦੇ ਜਿਹੜੇ ਉੱਤਰ ਹੈਗੇ ਬਿਲਕੁਲ ਤੁਸੀਂ ਸਹੀ ਲਗਾਏ ਹੋਣੇ। ਠੀਕ ਹੈ, ਅਤੇ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਤੁਹਾਡੇ 40 ਦੇ ਵਿੱਚੋਂ ਕਿੰਨੇ ਜਿਹੜੇ ਪ੍ਰਸ਼ਨ ਹੈਗੇ ਉਹ ਸਹੀ ਹੈਗੇ। ਠੀਕ ਹੈ ਬੇਟਾ, ਓਕੇ ਜੀ, ਗੁੱਡ ਬਾਏ।